ਖਾਲਸਾ ਪੰਥ ਵੱਲੋਂ ਸੁਲਤਾਨ ਉਲ ਕੌਮ ਦੇ ਖਿਤਾਬ ਨਾਲ ਨਿਵਾਜੇ ਗਏ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਿੱਖ ਰਾਜ ਦੇ ਇੱਕ ਅਨਮੋਲ ਹੀਰੇ ਹੋਏ ਹਨ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਿੱਖ ਇਤਿਹਾਸ ਦੇ ਉਹ ਮਹਾਨ ਯੋਧੇ ਹਨ ਜਿਨ੍ਹਾਂ ਨੇ ਆਪਣੀ ਕੁੱਲ 65 ਵਰ੍ਹਿਆਂ ਦੀ ਉਮਰ ਵਿੱਚ 60 ਸਾਲ ਗੁਰੂ ਸੇਵਾ ਅਤੇ ਪੰਥ ਸੇਵਾ ਵਿੱਚ ਬਤੀਤ ਕੀਤੇ। ਇਹਨਾਂ 60 ਵਰ੍ਹਿਆਂ ਵਿੱਚੋਂ ਆਪ ਜੀ ਨੇ 50 ਵਰ੍ਹੇ ਯੁੱਧ ਦੇ ਮੈਦਾਨ ਵਿੱਚ ਦੇਸ਼ ਕੌਮ ਦੀ ਆਜ਼ਾਦੀ ਲਈ ਜੰਗਾਂ ਯੁੱਧਾਂ ਵਿੱਚ ਗੁਜ਼ਾਰੇ। ਆਪ ਜੀ ਵੇਲੇ ਜਿੰਨੇ ਵੀ ਜ਼ਾਲਮ ਹਾਕਮ ਹੋਏ, ਭਾਵੇਂ ਉਹ ਅਦੀਨਾ ਬੇਗ, ਮੀਰ ਮਨੂ, ਅਬਦਾਲੀ ਆਦਿ, ਇਹਨਾਂ ਸਾਰਿਆਂ ਨੂੰ ਹੀ ਆਪ ਜੀ ਨੇ ਆਪਣੀ ਬਹਾਦਰੀ ਦਾ ਲੋਹਾ ਮਨਵਾਇਆ। ਐਸੇ ਸੂਰਬੀਰਤਾ ਕਾਰਨ ਹੀ ਆਪ ਜੀ ਨੇ ਲਾਹੌਰ ਜਿੱਤਿਆ, ਦਿੱਲੀ ਫਤਿਹ ਕੀਤੀ, ਮੁਲਤਾਨ ਚੁਕਾਇਆ, ਸਰਹੰਦ ਦਾ ਨਾਂ ਬਦਲ ਕੇ ਫਤਿਹਗੜ੍ਹ ਸਾਹਿਬ ਰੱਖਿਆ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਇਮਾਰਤ ਦੀ ਕਾਰ ਸੇਵਾ ਕਰਵਾਈ। 1716 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਸਿੱਖ ਕੌਮ ਨੇ ਪਹਿਲੀ ਵਾਰ ਸਿੱਧੇ ਤੌਰ ਤੇ ਔਖੇ ਸਮਿਆਂ ਵਿੱਚ ਰਾਜਨੀਤਿਕ ਸ਼ਕਤੀ ਪ੍ਰਾਪਤ ਕੀਤੀ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਉੱਪਰ ਕਈ ਤਰ੍ਹਾਂ ਦੇ ਜ਼ੁਲਮ ਤੇ ਅਤਿਆਚਾਰ ਕੀਤੇ ਜਾਣ ਲੱਗੇ। ਇਸ ਔਖੇ ਸਮੇਂ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਸਿੱਖਾਂ ਨੂੰ ਸੁਚੱਜੀ ਅਗਵਾਈ ਬਖਸ਼ੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਸੰਸਥਾਪਕ ਸਨ ਅਤੇ ਦਲ ਖਾਲਸਾ ਦੇ ਵੀ ਕਮਾਂਡਰ ਇਨ ਚੀਫ ਸਨ, ਜਿਨ੍ਹਾਂ ਨੇ 1761 ਈਸਵੀ ਵਿੱਚ ਪੰਜਾਬ ਵਿੱਚ ਸਿੱਖਾਂ ਦੀ ਪ੍ਰਭਤਾ ਨੂੰ ਮੁੜ ਸਥਾਪਿਤ ਕੀਤਾ। ਆਪ ਜੀ ਇੱਕ ਬਹਾਦਰ ਜਰਨੈਲ ਹੀ ਨਹੀਂ ਸਨ, ਬਲਕਿ ਇੱਕ ਸ਼ਰਧਾਲੂ ਸਿੱਖ ਵੀ ਸਨ, ਜਿਨ੍ਹਾਂ ਨੇ ਉੱਤਰੀ ਭਾਰਤ ਵਿੱਚੋਂ ਮੁਗਲ ਸ਼ਾਸਕਾਂ ਨੂੰ ਬਾਹਰ ਕੱਢਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਵੱਖ-ਵੱਖ ਇਲਾਕਿਆਂ ਉੱਪਰ ਜਿੱਤ ਪ੍ਰਾਪਤ ਕਰਕੇ ਇਹਨਾਂ ਇਲਾਕਿਆਂ ਨੂੰ ਵੱਖ-ਵੱਖ ਸਿੱਖ ਸਰਦਾਰਾਂ ਦੇ ਹਵਾਲੇ ਕੀਤਾ। ਦੇਸ਼ ਦੇ ਇਸ ਅਣਖੀਲੇ ਜਰਨੈਲ, ਮਹਾਨ ਪ੍ਰਬੰਧਕ, ਧਰਮ ਨਿਰਪੇਖ ਕੌਮੀ ਨਾਇਕ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਈਸਵੀ ਵਿੱਚ ਲਾਹੌਰ ਦੇ ਨੇੜੇ ਆਹਲੂ ਪਿੰਡ ਵਿਖੇ ਇੱਕ ਗੁਰਸਿੱਖ ਪਰਿਵਾਰ ਵਿੱਚ ਸਰਦਾਰ ਬਦਰ ਸਿੰਘ ਜੀ ਦੇ ਘਰ ਮਾਤਾ ਜੀਵਨ ਕੌਰ ਜੀ ਦੀ ਕੁੱਖੋਂ ਹੋਇਆ। ਆਪ ਜੀ ਸਿਰਫ 5 ਵਰ੍ਹਿਆਂ ਦੇ ਹੀ ਸਨ ਜਦੋਂ ਆਪ ਜੀ ਦੇ ਪਿਤਾ ਜੀ ਸਰਦਾਰ ਬਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ, ਜਿਸ ਤੋਂ ਬਾਅਦ ਮਾਮਾ ਬਾਗ ਸਿੰਘ ਜੀ ਤੇ ਮਾਤਾ ਜੀਵਨ ਕੌਰ ਜੀ ਆਪ ਜੀ ਨਾਲ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਆ ਗਏ। ਉੱਥੇ ਮਾਤਾ ਜੀਵਨ ਕੌਰ ਜੀ ਤੇ ਬਾਲਕ ਜੱਸਾ ਸਿੰਘ ਮਾਤਾ ਸੁੰਦਰੀ ਜੀ ਦੇ ਦਰਬਾਰ ਵਿੱਚ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਕਰਕੇ ਮਾਤਾ ਜੀ ਦੀਆਂ ਅਸੀਸਾਂ ਪ੍ਰਾਪਤ ਕਰਦੇ ਤੇ ਮਾਤਾ ਸੁੰਦਰੀ ਜੀ ਬਾਲਕ ਜੱਸਾ ਸਿੰਘ ਨੂੰ ਆਪਣੇ ਪੁੱਤਰਾਂ ਵਾਂਗ ਹੀ ਲਾਡ ਲਡਾਉਂਦੇ, ਖਵਾਉਂਦੇ ਪਿਆਉਂਦੇ ਅਤੇ ਪਰਵਰਿਸ਼ ਕਰਦੇ। ਬਾਲਕ ਜੱਸਾ ਸਿੰਘ ਗੁਰਮੁਖੀ ਪੜ੍ਹਦੇ ਤੇ ਲਿਖਦੇ ਤੇ ਨਾਲ ਹੀ ਉਹਨਾਂ ਨੇ ਗੁਰਬਾਣੀ ਦੇ ਕਈ ਸ਼ਬਦ ਵੀ ਕੰਠ ਕਰ ਲਏ। ਗੁਰੂ ਸੁਪਤਨੀ ਮਾਤਾ ਸੁੰਦਰੀ ਜੀ ਦੀ ਦੇਖ-ਰੇਖ ਸਦਕਾ ਬਾਲਕ ਜੱਸਾ ਸਿੰਘ ਨੂੰ ਸਿੱਖ ਗੁਰੂ ਸਾਹਿਬਾਨਾਂ ਦੇ ਜੀਵਨ, ਉਹਨਾਂ ਦੀਆਂ ਸਿੱਖਿਆਵਾਂ ਅਤੇ ਸਿੱਖੀ ਵਿਚਾਰਧਾਰਾ ਦੇ ਆਤਮਕ ਅਤੇ ਸਮਾਜਿਕ ਪੱਖਾਂ ਬਾਰੇ ਗੂੜੀ ਜਾਣਕਾਰੀ ਹੋਈ। 1728 ਈਸਵੀ ਵਿੱਚ ਨਵਾਬ ਕਪੂਰ ਸਿੰਘ ਜੀ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਨੂੰ ਅਕੀਦਾ ਭੇਟ ਕਰਨ ਲਈ ਆਏ ਤੇ ਉਹ ਬਾਲਕ ਜੱਸਾ ਸਿੰਘ ਦੀ ਸਰੀਰਕ ਬਣਤਰ, ਮਿਲਾਪੜੇ ਸੁਭਾਅ ਅਤੇ ਕਾਬਲੀਅਤ ਤੋਂ ਬਹੁਤ ਪ੍ਰਭਾਵਿਤ ਹੋਏ, ਜਿਸ ਤੋਂ ਬਾਅਦ 1729 ਈਸਵੀ ਵਿੱਚ ਬਾਲਕ ਜੱਸਾ ਸਿੰਘ ਪੰਜਾਬ ਵਿੱਚ ਕਰਤਾਰਪੁਰ ਵਿਖੇ ਨਵਾਬ ਕਪੂਰ ਸਿੰਘ ਜੀ ਦੇ ਜੱਥੇ ਵਿੱਚ ਸ਼ਾਮਲ ਹੋ ਗਏ। ਪੰਜਾਬ ਜਾਣ ਤੋਂ ਪਹਿਲਾਂ ਮਾਤਾ ਸੁੰਦਰੀ ਜੀ ਨੇ ਬਾਲਕ ਜੱਸਾ ਸਿੰਘ ਨੂੰ ਇੱਕ ਕਿਰਪਾਨ, ਢਾਲ, ਚਾਂਦੀ ਦਾ ਅਮਲਾ, ਧਨੁਖ ਤੇ ਤੀਰਾਂ ਦਾ ਪੱਥਾ ਅਤੇ ਇੱਕ ਪੁਸ਼ਾਕ ਦੇ ਕੇ ਨਿਵਾਜਿਆ। ਪੰਜਾਬ ਪਹੁੰਚਣ ਤੋਂ ਬਾਅਦ ਬਾਲਕ ਜੱਸਾ ਸਿੰਘ ਨੂੰ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਵਿੱਚ 5 ਪਿਆਰਿਆਂ ਨੇ ਅੰਮ੍ਰਿਤਪਾਨ ਕਰਵਾਇਆ ਤੇ ਨਵਾਬ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਜੀ ਨੂੰ ਆਪਣੇ ਨਾਲ ਜੰਗੀ ਮੁਹਿੰਮਾਂ ਵਿੱਚ ਹਿੱਸਾ ਲੈਣ ਲਈ ਵੀ ਤਿਆਰ ਕੀਤਾ। ਨਵਾਬ ਕਪੂਰ ਸਿੰਘ ਜੀ ਨੇ ਸ਼ਸਤਰ ਵਿਦਿਆ ਦੇ ਮਾਹਿਰਾਂ ਪਾਸੋਂ ਸਰਦਾਰ ਜੱਸਾ ਸਿੰਘ ਜੀ ਨੂੰ ਘੋੜ ਸਵਾਰੀ, ਤੇਗ ਚਲਾਉਣੀ, ਨੇਜ਼ਾਬਾਜੀ, ਤੀਰ ਕਮਾਨ ਆਦਿ ਦੀ ਸਿਖਲਾਈ ਪ੍ਰਦਾਨ ਕਰਵਾਈ। ਨਾਲ ਉਹ ਖਾਲਸੇ ਦੇ ਦੀਵਾਨਾਂ ਵਿੱਚ ਸੰਗਤਾਂ ਦੀ ਸੇਵਾ ਕਰਦੇ, ਲੰਗਰ ਵਿੱਚ ਭਾਂਡੇ ਮਾਂਜਦੇ, ਪੱਖਾ ਚੱਲਦੇ, ਸਵੇਰੇ ਸ਼ਾਮ ਗੁਰਬਾਣੀ ਦੇ ਪਾਠ ਅਤੇ ਸ਼ਬਦ ਕੀਰਤਨ ਵੀ ਗਾਇਨ ਕਰਦੇ। ਸਰਦਾਰ ਜੱਸਾ ਸਿੰਘ ਜੀ ਨੂੰ ਪਹਿਲੀ ਮੁੱਖ ਸੇਵਾ ਸਿੱਖਾਂ ਦੇ ਘੋੜਿਆਂ ਨੂੰ ਘਾਹ ਪਾਉਣ ਦੀ ਲਾਈ ਗਈ, ਜਿਸ ਨੂੰ ਉਹਨਾਂ ਨੇ ਪੂਰੀ ਲਗਨ ਨਾਲ ਨਿਭਾਇਆ। 1729 ਈਸਵੀ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨਵਾਬ ਕਪੂਰ ਸਿੰਘ ਜੀ ਦੀਆਂ ਲਗਭਗ ਸਾਰੀਆਂ ਹੀ ਮੁਹਿੰਮਾਂ ਵਿੱਚ ਉਹਨਾਂ ਦੇ ਨਾਲ ਰਹੇ ਤੇ 1738 ਈਸਵੀ ਤੱਕ ਉਹਨਾਂ ਦੀ ਗਿਣਤੀ ਸਿੱਖ ਆਗੂਆਂ ਦੀ ਪਹਿਲੀ ਕਤਾਰ ਵਿੱਚ ਹੋਣ ਲੱਗ ਪਈ।
जनवरी 1748 ईस्वी विच अपनी पहली चढ़ाई दौरान जदों अहमद शाह दुरानी ने लाहौर तो दक्षिण वल चाले पाए तो नवाब कपूर सिंह जी ते सरदार जस्सा सिंह आलूवालिया जी की कमान हेठ सिख सरदारां ने नूर दी सरां अते वैरोवाल विच अफगानियां नूं सोधिया। सरदार जस्सा सिंह आलूवालिया उन्हां आगू सरदारां विचों एक सन जिन्हां ने 2 महीनिਆਂ बाद ही अमृतसर विच सलाबत खान की कमान हेठ मुगल फौज नूं मात दित्ती सी। बाबा बंदा सिंह बहादुर जी की शहादत तो बाद सिखां उपर बहुत माड़ा समा आया। मुगल शासक फरुखसियर ने सिखां नूं वेखते ही जिउंदे जां मार के फड़ लैण दा हुक्म दे दिता। पिंडां दे मुखियां तो ये इकरारनामे लए गए कि वह अपने पिंडां विच तां कि पिंडां दे आस पास भी सिखां नूं फटकण ना देण। सिख बीबियां नूं उन्हां दे घरों चुक लिया जांदा, उन्हां नूं जेल विच सवा मण दाणे पीण लई दित्ते जांदे, उन्हां नूं कुटिया जांदा, उन्हां दे बच्चे भुखे प्यासे जमीन उत्ते पए रोंदे कुरलाउंदे रहिंदे, पर बेबस मावां सिर्फ उन्हां नूं प्यार नाल जफियां पाउंदियां ते अपने गुरु अगे अरदासां करदियां। मावां दे सामने उन्हां दे बच्चियां नूं टोटे टोटे कीता जांदा अते बच्चियां दे अंगां दे हार बना के मावां दे गलां विच पाए जांदे। अज भी असी इन्हां महान सिख बीबियां दी कुर्बानी अते बहादरी नूं बड़े सत्कार नाल अरदास विच हर दिन याद करते हाँ। 1748 ईस्वी की विसाखी उत्ते सिखां ने श्री अमृतसर साहिब विच इकट्ठ कीता, जिस विच मुगल तशद्दद दा एकजुट हो के टाकरा करन ते विचार कीती गई अते सारी खालसाई फौजी शक्ति नूं एक इकल्ली जथेबंदी दल खालसा हेठ इकट्ठियां कर दिता गया। दल खालसा दी कमान सरदार जस्सा सिंह आलूवालिया नूं सौंप दित्ती गई। 65 जत्थियां नूं 12 मिसलां हेठ आपो अपने वखरे सरदार नाम अते निशान हेठ इस तरह वंड दिता गया। आलूवालिया मिसल सरदार जस्सा सिंह आलूवालिया जी की कमान हेठ, सिंहपुरिया जां फैजलपुरिया मिसल नवाब कपूर सिंह जी की कमान हेठ, करोड़ सिंघिया मिसल सरदार करोड़ा सिंह जी की कमान हेठ, निशान वाली मिसल सरदार दसौंदा सिंह जी की कमान हेठ, शहीद मिसल बाबा दीप सिंह जी की कमान हेठ, डल्ले वालिया मिसल सरदार गुलाब सिंह जी की कमान हेठ, शुकर चकिया मिसल सरदार चढ़त सिंह जी की कमान हेठ, भंगी मिसल सरदार हरी सिंह जी की कमान हेठ, कन्हैया मिसल सरदार जय सिंह जी की कमान हेठ, नकई मिसल सरदार हीरा सिंह जी की कमान हेठ, रामगढ़िया मिसल सरदार जस्सा सिंह रामगढ़िया जी की कमान हेठ, फुलकिया मिसल पटियाला दे बाबा आला सिंह जी की कमान हेठ। पहलियां 6 मिसलां बुढ़ा दल के अधीन सन, अगली 5 मिसलां तरुणा दल के अधीन सन। सरदार जस्सा सिंह आलूवालिया जी नूं नवाब कपूर सिंह जी की सुचज्जी अगवाई हेठ समुची मिसलां भाव दल खालसा के मुख जत्थेदार वजों थापिया गया, पर 12वीं मिसल दल खालसा का हिस्सा नहीं सी। मुगल हकूमत वालों ढाया जा रहा जुल्म होर भी प्रचंड हो रहा सी। 1748 ईस्वी तो 1753 ईस्वी तक लाहौर के सूबेदार मीर मनु के हुक्म ते सारे देश विच सिखां दी भाल शुरू हो गई। नवंबर 1753 ईस्वी विच मीर मनु की मौत तो बाद सरदार जस्सा सिंह आलूवालिया जी ने पंजाब के कई पिंडां नूं अपने कब्जे अधीन किया। अप्रैल 1754 ईस्वी विच लाहौर की अफगान फौज ने श्री अमृतसर साहिब नूं घेरा पा लिया, जिसनूं सरदार जस्सा सिंह आलूवालिया जी की कमान हेठ दल खालसा ने बुरी तरह लताड़िया। 1757 ईस्वी विच अहमद शाह का पुत्र तैमूर शाह लाहौर का गवर्नर बनया ते तैमूर शाह करतारपुर नूं लुट के जदों शहर विच दाखल होण लगा तां सरदार जस्सा सिंह जी की फौज ने उस उत्ते जबरदस्त हमला कर दिता। लाहौर की नवाबी तो लाहे जाण मगरों जदों अदीना बेग उत्ते मुराद खान ते बुलंद खान की कमान हेठ दुरानी फौज ने हमला किया, तां भी अदीना बेग की बेनती ते सरदार जस्सा सिंह आलूवालिया उस दी मदद लई पुजे अते जलंधर दुआबे दे इलाके विच दुरानी फौजां नूं भाजड़ां पा दित्तियां ते अप्रैल 1758 ईस्वी विच दल खालसा ने अदीना बेग नूं लाहौर की गद्दी उत्ते मुड़ बिराजमान करन विच फैसलाकुन भूमिका निभाई। अक्तूबर 1759 ईस्वी विच अहमद शाह दुरानी ने सिंधु नदी नूं पार करके उत्तरी भारत ते 5वीं वार चढ़ाई की। कई महीनों की जद्दोजहद तो बाद
ਜਨਵਰੀ 1761 ਈਸਵੀ ਵਿੱਚ ਉਸਨੇ ਪਾਣੀਪਤ ਦੀ ਲੜਾਈ ਵਿੱਚ ਮਰਾਠਿਆਂ ਤੇ ਜਿੱਤ ਪ੍ਰਾਪਤ ਕਰ ਲਈ ਤੇ ਇਸ ਸਮੇਂ ਦੌਰਾਨ ਦਲ ਖਾਲਸਾ ਨੇ ਮਾਲਵਾ ਤੇ ਮਾਝੇ ਦੇ ਇਲਾਕਿਆਂ ਵਿੱਚ ਆਪਣਾ ਅਧਿਕਾਰ ਜਮਾ ਲਿਆ। ਮਾਰਚ 1761 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਕਮਾਨ ਹੇਠ ਸਿੱਖ ਫੌਜਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਦੁਰਾਨੀ ਦੀ ਫੌਜ ਉੱਤੇ ਅਚਾਨਕ ਹਮਲਾ ਕਰ ਦਿੱਤਾ ਤੇ ਉਹਨਾਂ ਦੀ ਗ੍ਰਿਫਤ ਵਿੱਚੋਂ ਉਹਨਾਂ ਬੀਬੀਆਂ ਨੂੰ ਛੁਡਾਇਆ ਜਿਨ੍ਹਾਂ ਨੂੰ ਗੁਲਾਮ ਬਣਾ ਕੇ ਲਿਜਾਇਆ ਜਾ ਰਿਹਾ ਸੀ ਤੇ ਉਹਨਾਂ ਦੇ ਖਜ਼ਾਨੇ ਦਾ ਵੀ ਕਾਫੀ ਨੁਕਸਾਨ ਕੀਤਾ। ਅਫਗਾਨ ਵੱਲੋਂ ਬੰਦੀ ਬਣਾ ਕੇ ਲਿਆਈਆਂ 2200 ਹਿੰਦੂ ਬੀਬੀਆਂ ਨੂੰ ਸਿੱਖ ਫੌਜਾਂ ਨੇ ਆਜ਼ਾਦ ਕਰਵਾਇਆ। ਸਿੱਖਾਂ ਵੱਲੋਂ ਅਫਗਾਨ ਫੌਜਾਂ ਉੱਪਰ ਧਾਵਾ ਬੋਲ ਦਿੱਤਾ ਜਾਂਦਾ, ਉਹਨਾਂ ਨੂੰ ਰਾਹ ਵਿੱਚ ਆਰਾਮ ਕਰਨ ਦਾ ਮੌਕਾ ਵੀ ਨਾ ਦਿੱਤਾ ਜਾਂਦਾ। ਸਿੱਖਾਂ ਦੁਆਰਾ ਅਫਗਾਨਾਂ ਦਾ ਰਸਦ ਪਾਣੀ ਕੱਟ ਦਿੱਤਾ ਜਾਂਦਾ ਅਤੇ ਜਿੰਨਾ ਹੋ ਸਕਦਾ ਉਹਨਾਂ ਦਾ ਉਤਨਾ ਹੀ ਵੱਡਾ ਨੁਕਸਾਨ ਕੀਤਾ ਜਾਂਦਾ। ਅਹਿਮਦ ਸ਼ਾਹ ਨੂੰ ਆਪਣੇ ਡੇਰੇ ਦੇ ਆਲੇ ਦੁਆਲੇ ਭਾਰੀ ਚੌਕਸੀ ਰੱਖਣੀ ਪੈਂਦੀ ਤਾਂ ਕਿ ਸਿੱਖਾਂ ਵੱਲੋਂ ਅੱਧੀ ਰਾਤ ਨੂੰ ਕੀਤੇ ਹਮਲਿਆਂ ਤੋਂ ਬਚਿਆ ਜਾ ਸਕੇ। ਉਹ ਜਦੋਂ ਵੀ ਭਾਰਤ ਦੀ ਸੀਮਾ ਪਾਰ ਕਰਦਾ ਤਾਂ ਸਿੱਖ ਉਸ ਦਾ ਹਰ ਥਾਂ ਪਿੱਛਾ ਕਰਦੇ ਰਹਿੰਦੇ। ਇੱਥੋਂ ਹੀ ਸਿੱਖਾਂ ਨਾਲ ਉਹ 12 ਵਜੇ ਵਾਲਾ ਅਖਾਣ ਜੁੜ ਗਿਆ। ਸਿੱਖ ਇਸ ਤਰ੍ਹਾਂ ਇਸ ਲਈ ਕਰਦੇ ਕਿਉਂਕਿ ਉਹ ਗਿਣਤੀ ਵਿੱਚ ਬਹੁਤ ਘੱਟ ਸਨ, ਜਿਸ ਕਰਕੇ ਉਹ ਰਾਤ ਦੇ ਹਨੇਰੇ ਨੂੰ ਆਪਣੇ ਲਾਹ ਲਈ ਵਰਤਦੇ ਸਨ। ਇਹ ਕਈ ਸਮੇਂ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਇਹ ਗੱਲ ਆਮ ਹੋ ਗਈ ਕਿ ਅੱਧੀ ਰਾਤ ਨੂੰ 12 ਵਜੇ ਦੇ ਕਰੀਬ ਸਿੱਖਾਂ ਨਾਲ ਲੜਨਾ ਬਹੁਤ ਔਖਾ ਹੈ ਕਿਉਂਕਿ ਸਿੱਖਾਂ ਨੇ ਰਾਤ ਵਿੱਚ ਲੜਾਈ ਕਰਨ ਵਿੱਚ ਮੁਹਾਰਤ ਹਾਸਲ ਕਰ ਲਈ ਸੀ। ਸਤੰਬਰ 1761 ਈਸਵੀ ਵਿੱਚ ਸ਼ੁਕਰਚਕੀਆ, ਕਨਈਆ ਅਤੇ ਪੰਗੀ ਰਿਆਸਤ ਦੇ ਸਰਦਾਰਾਂ ਦੀ ਰਲਵੀ ਫੌਜ ਨੇ ਲਾਹੌਰ ਦੇ ਗਵਰਨਰ ਖਵਾਜਾ ਉਬੈਦ ਖਾਨ ਦੀਆਂ ਫੌਜਾਂ ਨੂੰ ਭਾਰੀ ਨੁਕਸਾਨ ਪਹੁੰਚਾ ਕੇ ਉਹਨੂੰ ਕੈਦ ਕਰ ਲਿਆ। ਇਸ ਤੋਂ ਬਾਅਦ ਸਿੱਖਾਂ ਨੇ ਇਕਜੁੱਟਤਾ ਦਾ ਪ੍ਰਮਾਣ ਦਿੰਦੇ ਹੋਏ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਸੁਲਤਾਨ ਉਲ ਕੌਮ ਦੇ ਖਿਤਾਬ ਨਾਲ ਨਿਵਾਜ ਕੇ ਲਾਹੌਰ ਦੇ ਹਾਕਮ ਥਾਪ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਿਸੇ ਵੀ ਧਰਮ ਦੇ ਵਿਰੋਧੀ ਨਹੀਂ ਸਨ, ਸਗੋਂ ਆਪ ਤਾਂ ਸਿਰਫ ਧਾਰਮਿਕ ਪੱਖਪਾਤ ਤੇ ਕੱਟੜਵਾਦ ਦੇ ਆਧਾਰ ਤੇ ਚਲਾਈ ਜਾ ਰਹੀ ਵਿਦੇਸ਼ੀ ਹਕੂਮਤ ਦੇ ਖਿਲਾਫ ਸਨ। ਆਪ ਜੀ ਆਪਣੇ ਨਿਤਨੇਮ ਦੇ ਪੱਕੇ ਸਨ। ਰੋਜ਼ਾਨਾ ਅੰਮ੍ਰਿਤ ਵੇਲੇ ਇਸ਼ਨਾਨ ਅਤੇ ਨਿਤਨੇਮ ਕਰਦੇ, ਦਿਨ ਵੇਲੇ ਰਾਜਸੀ ਮਾਮਲਿਆਂ ਤੇ ਵਿਚਾਰ ਕਰਦੇ, ਸ਼ਾਮ ਨੂੰ ਗੁਰਬਾਣੀ ਕੀਰਤਨ ਸੁਣਦੇ, ਕਿਸੇ ਵੀ ਮਿਲਣ ਆਉਣ ਵਾਲੇ ਨੂੰ ਬਿਨਾਂ ਸਮੇਂ ਦੀ ਪਰਵਾਹ ਕੀਤੇ ਆਪਣੇ ਕੋਲ ਸੱਦ ਲੈਂਦੇ ਤੇ ਉਹਦੀ ਗੱਲ ਸੁਣਦੇ। ਕਈ ਵਾਰ ਕਾਲ ਪੈਣ ਤੇ ਆਪ ਜੀ ਵੱਲੋਂ ਗਰੀਬਾਂ ਤੇ ਲੋੜਵੰਦਾਂ ਲਈ ਲੰਗਰ ਵੀ ਲਾਏ ਗਏ। 1762 ਈਸਵੀ ਵਿੱਚ ਲਾਹੌਰ ਨੂੰ ਹਾਰੇ ਜਾਣ ਦੀ ਖਬਰ ਮਿਲਣ ਤੇ ਅਹਿਮਦ ਸ਼ਾਹ ਦੁਰਾਨੀ ਨੇ ਪੰਜਾਬ ਵੱਲ ਚਾਲੇ ਪਾ ਦਿੱਤੇ। ਇਹ ਉਹਦਾ ਭਾਰਤ ਤੇ 6ਵਾਂ ਹਮਲਾ ਸੀ। ਫਰਵਰੀ 1762 ਈਸਵੀ ਨੂੰ ਉਹ ਮਲੇਰ ਕੋਟਲਾ ਦੇ 12 ਕਿਲੋਮੀਟਰ ਦੱਖਣ ਵੱਲ ਕੂਪ ਰਹੀੜੇ ਜਾ ਪੁੱਜਾ, ਜਿੱਥੇ ਸਿੱਖਾਂ ਨੇ ਡੇਰਾ ਲਾਇਆ ਹੋਇਆ ਸੀ। ਦਲ ਖਾਲਸਾ ਤੇ ਅਹਿਮਦ ਸ਼ਾਹ ਵਿਚਕਾਰ ਹੋਈ ਇਸ ਭਾਰੀ ਜੰਗ ਨੂੰ ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਕਰਕੇ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਸ ਜੰਗ ਵਿੱਚ ਉਸ ਵੇਲੇ ਦੀ ਲਗਭਗ ਅੱਧੀ ਸਿੱਖ ਵਸੋਂ ਖਤਮ ਹੋ ਗਈ ਸੀ। ਇਸੇ ਜੰਗ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਸਰੀਰ ਉੱਤੇ ਲਗਭਗ 22 ਜ਼ਖਮ ਲੱਗੇ ਸਨ। ਕਾਜ਼ੀ ਨੂਰ ਮੁਹੰਮਦ ਨੇ ਜਦੋਂ ਆਪ ਜੀ ਨੂੰ ਅਹਿਮਦ ਸ਼ਾਹ ਦੇ ਖਿਲਾਫ ਲੜਦਿਆਂ ਵੇਖਿਆ ਤਾਂ ਉਹਨਾਂ ਨੇ ਆਪ ਜੀ ਨੂੰ ਪਹਾੜ ਕਹਿ ਕੇ ਸੰਬੋਧਨ ਕੀਤਾ। ਆਪ ਜੀ ਸਰੀਰਕ ਪੱਖੋਂ ਇੰਨੇ ਬਲਸ਼ਾਲੀ ਸਨ ਕਿ ਆਪ ਜੀ ਆਪਣੀ ਕਿਰਪਾਨ ਨੂੰ ਸੱਜੇ ਅਤੇ ਖੱਬੇ ਦੋਹਾਂ ਪਾਸਿਆਂ ਤੋਂ ਇੱਕੋ ਜਿਹੇ ਜ਼ੋਰ ਨਾਲ ਚਲਾ ਸਕਦੇ ਸਨ। ਸਿੱਖ ਸੰਘਰਸ਼ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਲਾਹੌਰ ਵਾਪਸ ਪਰਤਣ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਤੇ ਅਪ੍ਰੈਲ 1762 ਈਸਵੀ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ। ਸਿੱਖਾਂ ਦੇ ਇਸ ਪਾਵਨ ਪਵਿੱਤਰ ਧਾਰਮਿਕ ਕੇਂਦਰ ਨੂੰ ਤਬਾਹ ਕਰਨ ਦੀਆਂ ਦੁਰਾਨੀ ਨੇ ਜਿੰਨੀਆਂ ਵੱਧ ਕੋਸ਼ਿਸ਼ਾਂ ਕੀਤੀਆਂ, ਸਿੱਖ ਉਤਨੀ ਹੀ ਵੱਧ ਤੀਬਰਤਾ ਨਾਲ ਉੱਠੇ ਤੇ ਪੂਰੇ ਜ਼ੋਰ ਸ਼ੋਰ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਬੇਦਬੀ ਦੇ ਬਦਲੇ ਲਏ ਕਿਉਂਕਿ ਸਿੱਖਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਦੀ ਕੌਮੀ ਏਕਤਾ ਅਤੇ ਸੁਤੰਤਰਤਾ ਦਾ ਪ੍ਰਤੀਕ ਹੈ। ਵੱਡੇ ਘੱਲੂਘਾਰੇ ਦੇ ਕੁਝ ਮਹੀਨਿਆਂ ਬਾਅਦ ਅਕਤੂਬਰ 1762 ਈਸਵੀ ਨੂੰ ਸਿੱਖ ਦੀਵਾਲੀ ਦੇ ਮੌਕੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਇਕੱਠੇ ਹੋਏ, ਜਿਹਨੂੰ ਦੁਰਾਨੀ ਨੇ ਢਾਹ ਦਿੱਤਾ ਸੀ। ਰਾਤ ਦੇ ਹਨੇਰੇ ਵਿੱਚ ਸਿੱਖਾਂ ਨੇ ਅਹਿਮਦ ਸ਼ਾਹ ਨਾਲ ਭਾਰੀ ਲੜਾਈ ਕਰਕੇ ਉਸ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ।
ਇਸ ਜੰਗ ਤੋਂ ਬਾਅਦ ਸਿੱਖ ਲੱਖੀ ਜੰਗਲ ਵਿੱਚ ਚਲੇ ਗਏ ਤੇ ਅਹਿਮਦ ਸ਼ਾਹ ਨਾਲ ਮੁੜ ਲੜਾਈ ਨਹੀਂ ਹੋਈ, ਕਿਉਂਕਿ ਉਹ ਦਸੰਬਰ 1762 ਈਸਵੀ ਨੂੰ ਅਫਗਾਨਿਸਤਾਨ ਪਰਤ ਗਿਆ ਸੀ। ਅਪ੍ਰੈਲ 1763 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਜਲੰਧਰ ਦੁਆਬੇ ਇਲਾਕੇ ਤੇ ਚੜ੍ਹਾਈ ਕਰ ਦਿੱਤੀ ਤੇ ਫੌਜਦਾਰ ਸਾਦਤ ਖਾਨ ਨੂੰ ਹਰਾ ਕੇ ਕਾਠਗੜ੍ਹ ਤੇ ਗੁੜਸ਼ੰਕਰ ਤੇ ਕਬਜ਼ਾ ਕਰ ਲਿਆ। ਫਿਰ ਨਵੰਬਰ 1763 ਈਸਵੀ ਵਿੱਚ ਅਫਗਾਨ ਫੌਜਦਾਰ ਜਹਾਨ ਖਾਨ ਨੂੰ ਸਿਆਲਕੋਟ ਦੇ ਨੇੜੇ ਹੋਈ ਜੰਗ ਵਿੱਚ ਵੀ ਆਪ ਜੀ ਨੇ ਉਹਨੂੰ ਭਾਰੀ ਮਾਤ ਦਿੱਤੀ। ਰੋਪੜ ਵਿੱਚ ਕਨਈਆ, ਰਾਮਗੜੀਆ, ਭੰਗੀ ਅਤੇ ਸ਼ੁਕਰਚੱਕੀਆਂ ਮਿਸਲਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਕਮਾਨ ਹੇਠ ਇਕੱਠੀਆਂ ਹੋਈਆਂ ਤੇ ਉਹਨਾਂ ਨੇ ਮਿਲ ਕੇ ਕੁਰਾਲੀ ਤੇ ਮੋਰਿੰਡੇ ਤੇ ਕਬਜ਼ਾ ਕਰ ਲਿਆ। ਜਨਵਰੀ 1764 ਈਸਵੀ ਨੂੰ ਉਹਨਾਂ ਸਰਹੰਦ ਉੱਪਰ ਹਮਲਾ ਕੀਤਾ, ਜਿਸ ਵਿੱਚ ਅਫਗਾਨ ਫੌਜਦਾਰ ਜ਼ੈਨ ਖਾਨ ਮਾਰਿਆ ਗਿਆ। ਇਸ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ, ਜਿੱਥੇ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ ਲਈ ਖੁੱਲ੍ਹ ਕੇ ਯੋਗਦਾਨ ਪਾਇਆ। ਨਾਲ ਹੀ ਇੱਥੇ ਉਹਨਾਂ ਨੇ ਇੱਕ ਬਾਜ਼ਾਰ ਕਟੜਾ ਆਹਲੂਵਾਲੀਆ ਵੀ ਬਣਵਾਇਆ। ਅਪ੍ਰੈਲ 1765 ਈਸਵੀ ਨੂੰ ਸਿੱਖਾਂ ਨੇ ਲਾਹੌਰ ਉੱਤੇ ਮੁੜ ਕਬਜ਼ਾ ਕਰ ਲਿਆ। 1777 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਪੱਟੀ ਦੇ ਮੁਖੀ ਰਾਏ ਇਬਰਾਹਿਮ ਨੂੰ ਹਰਾ ਕੇ ਮੌਜੂਦਾ ਕਪੂਰਥਲਾ ਉੱਤੇ ਕਬਜ਼ਾ ਕੀਤਾ ਤੇ ਉਸ ਨੂੰ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਬਣਾ ਦਿੱਤਾ। ਅਬਦੁਲ ਆਹਦ ਖਾਨ, ਜਿਨੇ 1779 ਈਸਵੀ ਵਿੱਚ ਪਟਿਆਲਾ ਦੇ ਰਾਜਾ ਅਮਰ ਸਿੰਘ ਉੱਤੇ ਚੜ੍ਹਾਈ ਕੀਤੀ ਸੀ, ਉਸ ਨੂੰ ਵੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਭਾਰੀ ਮਾਤ ਦਿੱਤੀ। ਉਸ ਨੇ ਸਿੱਖਾਂ ਕੋਲੋਂ ਲੁੱਟਿਆ ਸਾਰਾ ਖਜ਼ਾਨਾ ਵਾਪਸ ਕੀਤਾ ਤੇ ਨਾਲ ਹੀ ਦਲ ਖਾਲਸਾ ਨੂੰ 70,000 ਰੁਪਏ ਦਾ ਨਜ਼ਰਾਨਾ ਵੀ ਭੇਟ ਕੀਤਾ। ਦਲ ਖਾਲਸਾ ਦੇ ਆਗੂ ਵਜੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਸਿੱਖਾਂ ਨੂੰ ਜੰਗੀ ਪੱਧਰ ਤੇ ਜਥੇਬੰਦ ਕੀਤਾ, ਉੱਤਰੀ ਭਾਰਤ ਵਿੱਚੋਂ ਅਫਗਾਨ ਫੌਜਾਂ ਨੂੰ ਬਾਹਰ ਕੱਢ ਸੁੱਟਿਆ, ਸਿੱਖਾਂ ਦਾ ਸੁਤੰਤਰ ਰਾਜ ਕਾਇਮ ਕੀਤਾ, ਜਿਸ ਤੋਂ ਬਾਅਦ ਸਰਹੰਦ ਦਾ ਸੂਬਾ ਫੁਲਕੀਆ ਮਿਸਲ ਕੋਲ ਆਇਆ। ਪੰਜਾਬ ਦੀ ਰਾਜਧਾਨੀ ਲਾਹੌਰ ਭੰਗੀ ਮਿਸਲ ਨੂੰ ਦਿੱਤੀ ਗਈ। ਜਲੰਧਰ ਦੁਆਬੇ ਦੇ ਇਲਾਕਿਆਂ ਨੂੰ ਕਈ ਮਿਸਲਾਂ ਵਿੱਚ ਵੰਡ ਦਿੱਤਾ ਗਿਆ ਤੇ ਆਹਲੂਵਾਲੀਆ ਮਿਸਲ ਦੀ ਸਰਦਾਰੀ ਕਪੂਰਥਲਾ ਉੱਤੇ ਹੀ ਕਾਇਮ ਰਹੀ। ਮਾਰਚ 1783 ਈਸਵੀ ਵਿੱਚ ਬਾਬਾ ਬਘੇਲ ਸਿੰਘ ਜੀ ਦੀ ਅਗਵਾਈ ਹੇਠ ਦਲ ਖਾਲਸਾ ਨੇ ਦਿੱਲੀ ਉੱਤੇ ਚੜ੍ਹਾਈ ਕੀਤੀ ਤੇ ਦਿੱਲੀ ਦੇ ਲਾਲ ਕਿਲੇ ਉੱਤੇ ਕੇਸਰੀ ਨਿਸ਼ਾਨ ਚਲਾਇਆ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਮੁਗਲ ਬਾਦਸ਼ਾਹ ਦੇ ਸਿੰਘਾਸਨ ਤੇ ਬਿਠਾਇਆ ਗਿਆ, ਜਿਸ ਤੋਂ ਬਾਅਦ ਸਿੱਖਾਂ ਨੇ ਉਹਨਾਂ ਨੂੰ ਬਾਦਸ਼ਾਹ ਸਿੰਘ ਕਹਿ ਕੇ ਸੰਬੋਧਨ ਕੀਤਾ। ਪੰਥ ਦੇ ਸ਼੍ਰੋਮਣੀ ਜਥੇਦਾਰ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ 65 ਵਰ੍ਹਿਆਂ ਦੀ ਉਮਰ ਵਿੱਚ ਅਕਤੂਬਰ 1783 ਈਸਵੀ ਨੂੰ ਪੰਜਾਬ ਅਤੇ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਛੱਡ ਕੇ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਸਨਮਾਨ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਗੁਰਦੁਆਰਾ ਬਾਬਾ ਅਟਲ ਰਾਏ ਜੀ ਵਿੱਚ ਇੱਕ ਯਾਦਗਾਰ ਵੀ ਸੁਸ਼ੋਭਿਤ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਲਾਹੌਰ ਉੱਤੇ ਕਬਜ਼ਾ ਕਰਨ ਅਤੇ ਗੁਰੂ ਸਾਹਿਬ ਜੀ ਦੇ ਨਾਂ ਤੇ ਸਿੱਕਾ ਜਾਰੀ ਕਰਨ ਦਾ ਮਾਣ ਵੀ ਪ੍ਰਾਪਤ ਹੈ। ਨਾਲ ਹੀ ਕਈ ਵਾਰੀ ਅਹਿਮਦ ਸ਼ਾਹ ਦੁਰਾਨੀ ਨੂੰ ਹਰਾ ਕੇ ਦਿੱਲੀ ਦੇ ਬਾਦਸ਼ਾਹ ਦੇ ਸਿੰਘਾਸਨ ਤੇ ਬੈਠਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਤੇ 1761 ਈਸਵੀ ਵਿੱਚ ਆਪ ਜੀ ਨੇ ਸਿੱਖਾਂ ਦੀ ਹਕੂਮਤ ਵੀ ਕਾਇਮ ਕੀਤੀ। ਇਹਨਾਂ ਕੌਮੀ ਕਾਰਜਾਂ ਦੀ ਸੇਵਾ ਕਰਨ ਕਰਕੇ ਹੀ ਆਪ ਜੀ ਸਿੱਖ ਇਤਿਹਾਸ ਵਿੱਚ ਇੱਕ ਮਹਾਨ ਨਾਇਕ ਦੇ ਰੂਪ ਵਾਂਗ ਉੱਭਰ ਕੇ ਸਾਹਮਣੇ ਆਏ ਤੇ ਖਾਲਸਾ ਪੰਥ ਨੇ ਵੀ ਆਪ ਜੀ ਨੂੰ ਦਲ ਖਾਲਸਾ ਦੇ ਪਹਿਲੇ ਮੁਖੀ, ਬੁੱਢਾ ਦਲ ਦੇ ਚੌਥੇ ਮੁੱਖ ਸੇਵਾਦਾਰ, ਆਹਲੂਵਾਲੀਆ ਮਿਸਲ ਦੇ ਜਥੇਦਾਰ, ਸੁਲਤਾਨ ਉਲ ਕੌਮ ਦਾ ਖਿਤਾਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਥਾਪ ਕੇ ਸਨਮਾਨ ਦਿੱਤਾ। ਫੌਜੀ ਅਤੇ ਰਾਜਨੀਤਿਕ ਹਲਕਿਆਂ ਵਿੱਚ ਅਗਵਾਈ ਦੇਣ ਤੋਂ ਇਲਾਵਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਅੱਜ ਅਸੀਂ ਉਹਨਾਂ ਦੇ ਧਾਰਮਿਕ ਅਤੇ ਸੱਚੇ ਸੁੱਚੇ ਸੁਭਾਅ ਕਰਕੇ ਵੀ ਸਤਿਕਾਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।